ਹੈਲੋ ਫਰੈਂਡਸ, ਵੈਲਕਮ ਟੂ ਯੂਨ ਹਾਈਫਾਈ ਜੀ ਕੇ ਗੁਰੂ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਆਪਾਂ ਪੋਲੀਟੀਕਲ ਸਾਇੰਸ ਦੀ ਪਿਛਲੀ ਕਲਾਸ ਵਿੱਚ 1781 ਈਸਵੀ ਦੇ ਸੰਸ਼ੋਧਨ ਐਕਟ ਬਾਰੇ ਪੜ੍ਹਿਆ ਸੀ, ਜੋ ਕਿ ਰੈਗੂਲੇਟਿੰਗ ਐਕਟ 1773 ਦੀਆਂ ਕਮੀਆਂ ਨੂੰ ਦੂਰ ਕਰਨ ਲਈ ਲਿਆਂਦਾ ਗਿਆ ਸੀ। ਪਰ ਇਹ ਐਕਟ ਪੂਰਨ ਰੂਪ ਵਿੱਚ ਉਸ ਦੀਆਂ ਕਮੀਆਂ ਨੂੰ ਦੂਰ ਨਹੀਂ ਸੀ ਕਰ ਸਕਿਆ। ਆਪਾਂ ਇਹ ਵੀ ਪੜ੍ਹਿਆ ਸੀ ਕਿ ਇਹਦੇ ਵਿੱਚ ਕਿਹੜੀ ਮੁੱਖ ਪ੍ਰੋਬਲਮ ਨੂੰ ਸੋਲਵ ਕੀਤਾ ਗਿਆ ਸੀ। ਉਹ ਸੀਗੀ ਗਵਰਨਰ ਜਨਰਲ ਅਤੇ ਉਹਦੀ ਕੌਂਸਲ ਦਾ ਜਿਹੜਾ ਸੁਪਰੀਮ ਕੋਰਟ ਨਾਲ ਅਧਿਕਾਰ ਖੇਤਰ ਨੂੰ ਲੈ ਕੇ ਜਿਹੜਾ ਟਕਰਾਵ ਰਹਿੰਦਾ ਸੀ, ਇਹਦੇ ਵਿੱਚ ਉਹ ਸਮਾਪਤ ਕੀਤਾ ਗਿਆ ਸੀ। ਆਪਾਂ ਇਹ ਵੀ ਦੇਖਿਆ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਜਿਹੜੇ ਅਧਿਕਾਰ ਖੇਤਰ ਆ ਉਹਨਾਂ ਨੂੰ ਵੱਖ-ਵੱਖ ਕੀਤਾ ਗਿਆ ਸੀ। ਇਸ ਦੇ ਨਾਲ ਆਪਾਂ ਇਹ ਵੀ ਪੜ੍ਹਿਆ ਸੀ ਕਿ ਜਿਹੜੇ ਸੁਪਰੀਮ ਕੋਰਟ ਹੈ ਉਹਦੇ ਅਧਿਕਾਰ ਖੇਤਰਾਂ ਵਿੱਚ ਬਹੁਤ ਜ਼ਿਆਦਾ ਕਟੌਤੀ ਕੀਤੀ ਗਈ ਸੀ ਅਤੇ ਗਵਰਨਰ ਜਨਰਲ ਅਤੇ ਉਸ ਦੀ ਪਰਿਸ਼ਦ ਦੇ ਅਧਿਕਾਰ ਖੇਤਰ ਵਿੱਚ ਵਾਧਾ ਕੀਤਾ ਗਿਆ ਸੀ। ਗੱਲ ਕਰੀਏ ਹੁਣ ਆਪਾਂ ਰੈਗੂਲੇਟਿੰਗ ਐਕਟ 1773 ਦੀ, ਤਾਂ ਇਹਦੇ ਵਿੱਚ ਕੀ ਸੀ, ਜਿਹੜੀਆਂ ਬਹੁਤ ਸਾਰੀਆਂ ਕਮੀਆਂ ਸੀਗੀਆਂ ਜਿਨ੍ਹਾਂ ਨੂੰ 1781 ਈਸਵੀ ਦੇ ਸੰਸ਼ੋਧਨ ਐਕਟ ਨਾਲ ਦੂਰ ਨਹੀਂ ਸੀ ਕੀਤਾ ਜਾ ਸਕਿਆ। ਫਿਰ ਕੀ ਸੀ, ਇਹਨਾਂ ਕਮੀਆਂ ਨੂੰ ਦੂਰ ਕਰਨ ਲਈ ਬ੍ਰਿਟਿਸ਼ ਸੰਸਦ ਨੇ ਇੱਕ ਹੋਰ ਨਵਾਂ ਅਧਿਨਿਯਮ ਲੈ ਕੇ ਆਏ। ਉਹ ਸੀਗਾ 1784 ਈਸਵੀ ਦਾ ਪਿਟਸ ਇੰਡੀਆ ਐਕਟ। ਹੁਣ ਆਪਾਂ ਦੇਖਾਂਗੇ ਇਸ ਵਿੱਚ ਕਿ ਇਹਨੇ ਕਿਸ ਤਰੀਕੇ ਨਾਲ ਰੈਗੂਲੇਟਿੰਗ ਐਕਟ 1773 ਦੀਆਂ ਕਮੀਆਂ ਨੂੰ ਦੂਰ ਕੀਤਾ। ਇਹਦੇ ਨਾਲ ਆਪਾਂ ਪਹਿਲਾਂ ਇਹ ਜਾਣ ਲੈਂਦੇ ਹਾਂ ਕਿ ਜਿਹੜਾ ਐਕਟ ਹੈ ਇਹ ਕਿਵੇਂ ਬਣਦਾ ਹੈ। ਪਹਿਲਾਂ ਕੀ ਹੁੰਦਾ, ਜਦੋਂ ਕੋਈ ਰਿਪੋਰਟ ਤਿਆਰ ਹੁੰਦੀ ਆ ਉਹਨੂੰ ਕੀ ਕਹਿੰਦੇ ਆ, ਡਰਾਫਟ ਕਹਿੰਦੇ ਆ, ਠੀਕ ਹੈ, ਡਰਾਫਟ ਕਹਿੰਦੇ ਆ, ਜਾਂ ਉਹਨੂੰ ਮਸੌਦਾ ਕਹਿੰਦੇ ਆ। ਫਿਰ ਕੀ ਹੈ, ਜਦੋਂ ਇਹ ਰਿਪੋਰਟ ਹੈ ਅੱਗੇ ਜਾਂਦੀ ਆ ਲੋਕ ਸਭਾ ਜਾਂ ਰਾਜ ਸਭਾ ਜਾਂਦੀ ਹੈ ਤਾਂ ਇਹ ਕੀ ਬਣ ਜਾਂਦਾ ਹੈ, ਇਹ ਬਣ ਜਾਂਦਾ ਹੈ ਵੀ ਤੋਂ ਬਿੱਲ ਬਣ ਜਾਂਦਾ ਹੈ। ਫਿਰ ਬਿੱਲ ਤੋਂ ਜਦੋਂ ਅੱਗੇ ਬਿੱਲ ਇਹ ਪਾਸ ਹੋ ਜਾਂਦਾ ਹੈ ਲੋਕ ਸਭਾ ਰਾਜ ਸਭਾ ਤੋਂ ਪਾਸ ਹੋ ਕੇ ਜਦੋਂ ਰਾਸ਼ਟਰਪਤੀ ਸਾਈਨ ਕਰ ਜਾਂਦਾ ਹੈ, ਤਾਂ ਜਦੋਂ ਰਾਸ਼ਟਰਪਤੀ ਸਾਈਨ ਕਰ ਦਿੰਦਾ ਜਾਂ ਜੇ ਆਪਾਂ ਕਹਿ ਦਈਏ ਬ੍ਰਿਟਿਸ਼ ਸੰਸਦ ਦੀ ਗੱਲ ਕਰੀਏ ਜਾਂ ਪ੍ਰਧਾਨ ਮੰਤਰੀ ਸਾਈਨ ਕਰ ਦਿੰਦਾ ਹੈ ਤਾਂ ਇਹ ਕੀ ਬਣ ਜਾਂਦਾ ਸੀ, ਐਕਟ ਬਣ ਜਾਂਦਾ ਸੀਗਾ। ਚਲੋ ਆਪਾਂ ਅੱਗੇ ਦੇਖਦੇ ਹਾਂ। ਹੁਣ ਰੈਗੂਲੇਟਿੰਗ ਐਕਟ 1773 ਦੀਆਂ ਕਮੀਆਂ ਨੂੰ ਦੂਰ ਕਰਨ ਲਈ ਬ੍ਰਿਟਿਸ਼ ਸੰਸਦ ਨੇ 1781 ਵਿੱਚ ਇੱਕ ਸ਼ੋਧ ਐਕਟ ਪਾਸ ਕੀਤਾ, ਜਿਸ ਨੂੰ ਬੰਦੋਬਸਤ ਕਾਨੂੰਨ ਵੀ ਕਿਹਾ ਜਾਂਦਾ ਹੈ। ਕਿ ਬ੍ਰਿਟਿਸ਼ ਸੰਸਦ ਨੇ ਰੈਗੂਲੇਟਿੰਗ ਐਕਟ 1773 ਦੀਆਂ ਕਮੀਆਂ ਨੂੰ ਦੂਰ ਕਰਨ ਲਈ ਕਦੋਂ ਸ਼ੋਧ ਐਕਟ ਲੈ ਕੇ ਆਈ ਸੀ, 1781 ਈਸਵੀ ਵਿੱਚ। ਇਹਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ, ਬੰਦੋਬਸਤ ਕਾਨੂੰਨ ਵੀ ਕਿਹਾ ਜਾਂਦਾ ਹੈ, ਐਕਟ ਆਫ ਸੈਟਲਮੈਂਟ ਵੀ ਕਿਹਾ ਜਾਂਦਾ ਹੈ। ਅੱਗੇ ਦੇਖਦੇ ਹਾਂ, ਜਿਸ ਤੋਂ ਬਾਅਦ ਇੱਕ ਹੋਰ ਮਹੱਤਵਪੂਰਨ ਐਕਟ ਪਿਟਸ ਇੰਡੀਆ ਐਕਟ 1784 ਹੋਂਦ ਵਿੱਚ ਆਇਆ। ਇਹਦਾ ਵੀ ਕੀ ਕਾਰਨ ਸੀਗਾ, ਰੈਗੂਲੇਟਿੰਗ ਐਕਟ 1773 ਦੀਆਂ ਕਮੀਆਂ ਨੂੰ ਦੂਰ ਕਰਨਾ। ਹੁਣ ਦੇਖਦੇ ਹਾਂ ਆਪਾਂ ਇਸ ਦੀਆਂ ਵਿਸ਼ੇਸ਼ਤਾਵਾਂ ਦੀ। ਇਸ ਨਾਲ ਕੰਪਨੀ ਦੇ ਰਾਜਨੀਤਿਕ ਅਤੇ ਵਪਾਰਿਕ ਕਾਰਜ ਵੱਖ-ਵੱਖ ਕਰ ਦਿੱਤੇ ਗਏ। ਇਹਦਾ ਜਿਹੜਾ ਮੁੱਖ ਕਾਰਨ ਸੀਗਾ ਉਹ ਸੀਗਾ ਈਸਟ ਇੰਡੀਆ ਕੰਪਨੀ ਦਾ ਬ੍ਰਿਟੇਨ ਦੇ ਕਰਾਊਨ ਦੇ ਕੋਲੋਂ ਕਰਜ਼ਾ ਮੰਗਣਾ। ਇਹ ਕਰਜ਼ਾ ਮੰਗਣ ਦੀ ਉਹਨਾਂ ਨੂੰ ਕੀ ਲੋੜ ਪਈ ਸੀ, ਜਿਹਦਾ ਤਾਂ ਮੁੱਖ ਕਾਰਨ ਸੀਗਾ ਕਰਜ਼ਾ ਮੰਗਣ ਦਾ ਉਹ ਸੀਗਾ ਜਿਹੜਾ ਕੰਪਨੀ ਸੀ ਉਹ ਕੀ ਸੀ, ਭ੍ਰਸ਼ਟ ਹੋ ਚੁੱਕੀ ਸੀ ਉਹਦੇ ਕਰਮਚਾਰੀ। ਅਤੇ ਇਸ ਦੇ ਨਾਲ ਹੀ ਜਿਹੜੇ ਸੀਗੇ ਈਸਟ ਇੰਡੀਆ ਕੰਪਨੀ ਦਾ ਜਿਹੜਾ ਸੀ ਭਾਰਤੀ ਰਾਜਾਂ ਨਾਲ ਯੁੱਧ ਕਰਨਾ, ਜਿਹਦੇ ਨਾਲ ਕੀ ਸੀ ਉਹਨਾਂ ਨੂੰ ਆਰਥਿਕ ਹਾਨੀ ਵੀ ਹੋਈ ਸੀਗੀ। ਫਿਰ ਹੁਣ ਆਪਾਂ ਗੱਲ ਕਰੀਏ ਕਿ ਭ੍ਰਿਸ਼ਟਾਚਾਰ ਦੀ, ਤਾਂ ਆਪਾਂ ਰੈਗੂਲੇਟਿੰਗ ਐਕਟ 1773 ਈਸਵੀ ਵਿੱਚ ਪੜ੍ਹਿਆ ਸੀ ਕਿ ਕੀ ਸੀ, ਇਹਦੇ ਵਿੱਚ ਕਿਹਾ ਗਿਆ ਸੀ ਜਿਹੜੇ ਕੰਪਨੀ ਦੇ ਕਰਮਚਾਰੀ ਹੈ ਉਹ ਕੀ ਸੀ, ਨਿੱਜੀ ਵਪਾਰ ਨਹੀਂ ਕਰਨਗੇ, ਨਾ ਹੀ ਭਾਰਤੀ ਲੋਕਾਂ ਤੋਂ ਰਿਸ਼ਵਤ ਲੈਣਗੇ। ਪਰ ਇਹ ਜਿਹੜਾ ਕੰਮ ਸੀਗਾ ਨਿਦੇਸ਼ਕ ਮੰਡਲ ਜਿਹੜਾ ਸੀਗਾ ਉਹ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਸੀ ਕਰ ਸਕਿਆ। ਇਸ ਲਈ ਕੀ ਕੀਤਾ, ਜਿਹੜਾ ਬ੍ਰਿਟੇਨ ਦੀ ਸੰਸਦ ਸੀਗੀ ਉਹਨੇ ਕੀ ਸੀ, ਰਾਜਨੀਤਿਕ ਅਤੇ ਵਪਾਰਿਕ ਕੰਮਾਂ ਨੂੰ ਅੱਡੋ ਅੱਡ ਕਰ ਦਿੱਤਾ ਤਾਂ ਕਿ ਜਿਹੜਾ ਕੰਪਨੀ ਦਾ ਸ਼ਾਸਨ ਆ ਉਹ ਵਧੀਆ ਢੰਗ ਨਾਲ ਚਲਾਇਆ ਜਾ ਸਕੇ। ਅੱਗੇ ਆਪਾਂ ਦੇਖਦੇ ਹਾਂ। ਹੁਣ ਇਸ ਅਧਿਨਿਯਮ ਦੀ ਜਿਹੜੀ ਮੁੱਖ ਵਿਸ਼ੇਸ਼ਤਾ ਸੀ ਉਹ ਸੀਗੀ ਨਿਦੇਸ਼ਕ ਮੰਡਲ, ਜਿਹਨੂੰ ਕੋਰਟ ਆਫ ਡਾਇਰੈਕਟਰ ਜਾਂ COD ਨਾਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕੰਪਨੀ ਦੇ ਵਪਾਰਿਕ ਮਾਮਲਿਆਂ ਦੀ ਨਿਗਰਾਨੀ ਕਰਨ ਦੀ ਆਗਿਆ ਦਿੱਤੀ ਸੀ। ਇਹਦੇ ਵਿੱਚ ਕਿਹਾ ਹੈ ਕਿ ਜਿਹੜੇ ਵਪਾਰਿਕ ਮਾਮਲੇ ਉਹ ਕੌਣ ਦੇਖੂਗਾ, ਨਿਦੇਸ਼ਕ ਮੰਡਲ ਦੇ ਅਧੀਨ ਆਉਣਗੇ। ਵਪਾਰਿਕ ਮਾਮਲਿਆਂ 'ਤੇ ਕਿਹਦਾ ਅਧਿਕਾਰ ਹੋਊਗਾ, ਨਿਦੇਸ਼ਕ ਮੰਡਲ ਦਾ, ਜਿਹਨੂੰ ਕੋਰਟ ਆਫ ਡਾਇਰੈਕਟਰ ਵੀ ਕਹਿੰਦੇ ਆ। ਅੱਗੇ ਗੱਲ ਕਰਦੇ ਹਾਂ ਹੁਣ ਆਪਾਂ ਬੋਰਡ ਆਫ ਕੰਟਰੋਲ ਦੀ, BOC ਨੂੰ ਕੰਪਨੀ ਦੇ ਸਿਵਲ, ਮਿਲਟਰੀ ਅਤੇ ਮਾਲੀਆ ਨਾਲ ਜੁੜੇ ਜਿਹੜੇ ਮਾਮਲੇ ਆ ਉਹ ਨਿਗਰਾਨੀ ਕਰਨ ਦੀ ਆਗਿਆ ਦਿੱਤੀ ਗਈ। ਇਹਦੇ ਵਿੱਚ ਕੀ ਕਿਹਾ, ਜਿਹੜੇ ਸਿਵਲ ਮਾਮਲੇ ਹੋਣਗੇ, ਮਿਲਟਰੀ ਮਾਮਲੇ ਹੋਣਗੇ, ਮਾਲਿਆ ਕਰ ਕਹਿ ਦਈਏ ਅਤੇ ਰਾਜਸਵ ਕਹਿ ਦਈਏ ਆਪਾਂ, ਜਿਹੜੇ ਇਹਦੇ ਨਾਲ ਜੁੜੇ ਮਾਮਲੇ ਆ ਉਹ ਕੌਣ ਦੇਖੂਗਾ, ਬੋਰਡ ਆਫ ਕੰਟਰੋਲ। ਹੁਣ ਆਪਾਂ ਬੋਰਡ ਆਫ ਕੰਟਰੋਲ ਦੀ ਗੱਲ ਕਰੀਏ ਤਾਂ ਕਾਹਦੇ ਲਈ ਲਿਆਂਦੀ ਗਈ ਸੀ, ਰਾਜਨੀਤਿਕ ਕੰਮਾਂ ਲਈ। ਆਪਾਂ ਉੱਪਰ ਦੇਖਿਆ ਨਾ ਕਿ ਵਪਾਰਿਕ ਅਤੇ ਰਾਜਨੀਤਿਕ ਕੰਮਾਂ ਨੂੰ ਵੱਖ-ਵੱਖ ਕਰ ਦਿੱਤਾ ਗਿਆ ਸੀਗਾ।
ਰਾਜਨੀਤਿਕ ਤੇ ਵਪਾਰਕ ਕੰਮਾਂ ਨੂੰ ਵੱਖ-ਵੱਖ। ਰਾਜਨੀਤਿਕ ਕੰਮ ਕੌਣ ਦੇਖਦਾ ਸੀਗਾ? BOC ਬੋਰਡ ਆਫ ਕੰਟਰੋਲ। ਤੇ ਵਪਾਰਕ ਕੰਮ ਕੌਣ ਦੇਖਦਾ ਸੀਗਾ? ਕੋਰਟ ਆਫ ਡਾਇਰੈਕਟਰ। ਹੁਣ ਆਪਾਂ ਬੋਰਡ ਆਫ ਕੰਟਰੋਲ ਦੀ ਗੱਲ ਕਰੀਏ ਤਾਂ ਇਹ ਕੀ ਸੀ? ਇਹਦਾ ਜਿਹੜਾ ਬਣਾਈ ਗਈ ਸੀ ਮੰਡਲ ਬਣਾਇਆ ਗਿਆ ਸੀਗਾ, ਇਹ ਕਿੱਥੇ ਬਣਾਇਆ ਗਿਆ ਸੀਗਾ? ਬ੍ਰਿਟੇਨ ਵਿੱਚ ਬਣਾਇਆ ਗਿਆ ਸੀਗਾ। ਹੁਣ ਆਪਾਂ ਅੱਗੇ ਦੇਖਦੇ ਹਾਂ। ਇਸ ਪ੍ਰਕਾਰ ਦੋਹਰੀ ਸ਼ਾਸਨ ਪ੍ਰਣਾਲੀ ਦੀ ਸ਼ੁਰੂਆਤ ਹੋਈ। ਕਾਹਦੇ ਨਾਲ ਹੋਈ? ਜਦੋਂ ਕੰਪਨੀ ਦੇ ਵਪਾਰਿਕ ਅਤੇ ਰਾਜਨੀਤਿਕ ਕੰਮਾਂ ਨੂੰ ਅੱਡ-ਅੱਡ ਕਰ ਦਿੱਤਾ ਗਿਆ, ਉਹਨਾਂ ਨੂੰ ਚਲਾਉਣ ਦੇ ਲਈ ਕੀ ਸੀ? ਅੱਡੋ-ਅੱਡ ਮੰਡਲਾਂ ਦੀ ਸਥਾਪਨਾ ਕੀਤੀ ਗਈ। ਇਸ ਪ੍ਰਕਾਰ ਕੀ ਹੋਇਆ ਸੀ? ਜਿਹੜੀ ਦੋਹਰੀ ਸ਼ਾਸਨ ਪ੍ਰਣਾਲੀ ਦੀ ਸ਼ੁਰੂਆਤ ਹੋ ਗਈ ਸੀ। ਅੱਗੇ ਦੇਖਦੇ ਹਾਂ ਆਪਾਂ। ਬੋਰਡ ਆਫ ਕੰਟਰੋਲ ਦੇ 6 ਮੈਂਬਰ ਸਨ, ਜਿਨ੍ਹਾਂ ਵਿੱਚੋਂ ਬ੍ਰਿਟਿਸ਼ ਕੈਬਨਿਟ ਦੇ 2 ਮੈਂਬਰ ਸੀ। ਕਿਹੜੇ ਸੀਗੇ? ਇੱਕ ਤਾਂ ਸੀਗਾ ਵਿੱਤ ਮੰਤਰੀ, ਦੂਜਾ ਸੀਗਾ ਵਿਦੇਸ਼ ਸਚਿਵ। 2 ਸੀਗੇ ਕੈਬਨਿਟ ਮੰਤਰੀ, ਪਲੱਸ ਹੋਰ ਗੱਲ ਕਰੀਏ ਆਪਾਂ ਪ੍ਰੀਵੀ ਕੌਂਸਲ ਦੇ 4 ਮੈਂਬਰ ਸੀ। ਟੋਟਲ ਹੋ ਗਏ 6 ਮੈਂਬਰ ਸੀਗੇ। 6 ਮੈਂਬਰਾਂ ਦੇ ਨਾਲ ਇੱਕ ਬੋਰਡ ਬਣਾਇਆ ਗਿਆ। ਜਿਹੜੇ 6 ਮੈਂਬਰ ਸੀ ਇਹਨਾਂ ਦਾ ਇੱਕ ਬੋਰਡ ਬਣਾਇਆ ਗਿਆ, ਜਿਹਨੂੰ ਕੀ ਸੀ? BOC ਕਿਹਾ ਜਾਂਦਾ ਸੀ, ਬੋਰਡ ਆਫ ਕੰਟਰੋਲ। ਬੋਰਡ ਦਾ ਚੇਅਰਮੈਨ ਜਲਦ ਹੀ ਈਸਟ ਇੰਡੀਆ ਕੰਪਨੀ ਦੇ ਮਾਮਲਿਆਂ ਦਾ ਮੰਤਰੀ ਬਣ ਗਿਆ। ਅੱਗੇ ਦੇਖਦੇ ਹਾਂ ਆਪਾਂ। ਬੋਰਡ ਕੋਲ ਕੰਪਨੀ ਦੇ ਸਿਵਲ, ਮਿਲਟਰੀ ਅਤੇ ਮਾਲ ਨਾਲ ਜੁੜੇ ਮਾਮਲਿਆਂ ਨੂੰ ਨਿਯੰਤਰਣ ਕਰਨ ਦੀਆਂ ਸਾਰੀਆਂ ਸ਼ਕਤੀਆਂ ਸਨ। ਕਿਹਦੇ ਕੋਲ ਸੀਗੀਆਂ? BOC ਬੋਰਡ ਆਫ ਕੰਟਰੋਲ ਕੋਲੇ। ਕਿਹੜੀਆਂ? ਸਿਵਲ, ਮਿਲਟਰੀ ਅਤੇ ਮਾਲ ਨਾਲ ਜਿਹੜੇ ਜੁੜੇ ਮਾਮਲੇ ਸੀ, ਕੌਣ ਕਿਹਦੇ ਕੋਲੇ ਸੀਗੇ? ਬੋਰਡ ਆਫ ਕੰਟਰੋਲ ਕੋਲ। ਅੱਗੇ ਦੇਖਦੇ ਹਾਂ। ਭਾਰਤ ਵਿੱਚ ਗਵਰਨਰ ਜਨਰਲ ਦੀ ਕੌਂਸਲ ਦੇ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ 3 ਕਰ ਦਿੱਤੀ ਗਈ। ਇਹਨਾਂ 3 ਮੈਂਬਰਾਂ ਵਿੱਚੋਂ ਇੱਕ ਚੀਫ ਇਨ ਕਮਾਂਡਰ ਸੀ, ਜਿਹੜਾ ਸੀਗਾ ਪ੍ਰਾਂਤਾਂ ਵਿੱਚੋਂ ਚੁਣਿਆ ਜਾਂਦਾ ਸੀਗਾ। ਗਵਰਨਰਾਂ ਦੇ ਪ੍ਰਾਂਤਾਂ ਵਿੱਚੋਂ ਚੁਣਿਆ ਜਾਂਦਾ ਸੀ। ਹੁਣ ਆਪਾਂ ਗੱਲ ਕਰੀਏ ਕਿ ਇਹਨਾਂ ਦੀ ਸੰਖਿਆ 4 ਤੋਂ ਘਟਾ ਕੇ 3 ਕਿਉਂ ਕੀਤੀ ਗਈ ਹੈ? ਇਹਦਾ ਜਿਹੜਾ ਮੁੱਖ ਕਾਰਨ ਸੀਗਾ ਉਹ ਸੀਗਾ ਗਵਰਨਰ ਜਨਰਲ ਦੇ ਜਿਹੜੇ ਪਰਿਸ਼ਦ ਦੇ ਮੈਂਬਰ ਹੈ। ਇਹਦੇ ਵਿੱਚ ਕੀ ਸੀਗਾ ਕਿ ਜਿਹੜਾ ਗਵਰਨਰ ਜਨਰਲ ਸੀਗਾ ਵਰੇਨ ਹੈਸਟਿੰਗ, ਇਹਦਾ ਜਿਹੜਾ ਸਾਥੀ ਸੀਗਾ ਉਹਦਾ ਸੀਗਾ ਬਰਬੈਲ ਸੀ, ਜਿਹੜਾ ਇਹਦਾ ਸਾਥੀ ਸੀਗਾ। ਇਹ ਦੋਨੋਂ ਇੱਕ ਤਰਫ ਸੀਗੇ। ਅਤੇ ਗੱਲ ਕਰੀਏ ਆਪਾਂ ਕਲੈਵਰਿੰਗ ਦੀ, ਮਨਸਨ ਦੀ, ਫਿਲਿਪ ਦੀ, ਇਹ ਕੀ ਸੀ? ਇਹਨਾਂ ਦੇ ਵਿਰੋਧੀ ਸੀਗੇ। ਨਿੱਜੀ ਤੌਰ 'ਤੇ ਇਹਦੇ ਉੱਤੇ ਲੱਗਦੇ ਸੀ ਕਿ 3 ਤਾਂ ਇਹਦੇ ਵਿਰੋਧੀ ਸੀਗੇ ਅਤੇ ਗਵਰਨਰ ਜਨਰਲ ਅਤੇ ਬਰਬਲ ਸੀਗਾ ਇਹ ਇੱਕ ਸਾਈਡ ਸੀਗੇ। ਇਹਦੇ ਨਾਲ ਕੀ ਜਿਹੜਾ ਰੈਗੂਲੇਟਿੰਗ ਐਕਟ 1773 ਈਸਵੀ ਵਿੱਚ ਆਇਆ ਸੀ, ਉਹਦੇ ਵਿੱਚ ਕੀ ਕਿਹਾ ਗਿਆ ਸੀ? ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜਾ ਫੈਸਲਾ ਉਹ ਬਹੁਮਤ ਦੇ ਆਧਾਰ 'ਤੇ ਲਿਆ ਜਾਊਗਾ। ਹੁਣ ਆਪਾਂ ਦੇਖੀਏ ਜਿਹੜਾ ਬਹੁਮਤ ਆ ਉਹ ਤਾਂ ਹੈਗਾ ਵਿਰੋਧੀ ਧਿਰ ਵੱਲ, ਕਿ ਜਿਹੜਾ ਹੁਣ ਫੈਸਲੇ ਲਏ ਜਾਣਗੇ ਉਹ ਕਿਹਦੇ ਵੱਲੋਂ ਲਏ ਜਾਣਗੇ? ਵਿਰੋਧੀ ਧਿਰ ਵੱਲ। ਵਿਰੋਧੀ ਧਿਰ ਜਿਹੜੀ ਉਹੀ ਫੈਸਲੇ ਲੈ ਸਕਦੀ ਹੈ, ਕਿਉਂਕਿ ਜਿਹੜਾ ਗਵਰਨਰ ਜਨਰਲ ਉਹਦੇ ਕਿੰਨੀ ਤਾਂ ਸਿਰਫ ਇੱਕ ਮੈਂਬਰ ਹੀ ਹੈ, ਬਰਬੈਲ, ਜਿਹਦੇ ਨਾਲ ਕੀ ਸੀ? ਉਹ ਕੋਈ ਫੈਸਲੇ ਨਹੀਂ ਲੈ ਸਕਦਾ ਸੀਗਾ। ਇਸ ਲਈ ਕੀ ਕੀਤਾ ਗਿਆ? ਇਸ ਸਮੱਸਿਆ ਨੂੰ ਦੇਖਦੇ ਹੋਏ ਕਿ ਇਹਨਾਂ ਜਿਹੜੀ ਗਵਰਨਰ ਦੀ ਪਰਿਸ਼ਦ ਸੀਗੀ, ਇਹਦੇ ਮੈਂਬਰਾਂ ਦੀ ਸੰਖਿਆ ਘਟਾ ਕੇ 4 ਤੋਂ 3 ਕਰ ਦਿੱਤੀ ਗਈ। ਇਹੀ ਇਹਦਾ ਮੁੱਖ ਕਾਰਨ ਸੀਗਾ। ਅੱਗੇ ਹੈਗਾ ਗਵਰਨਰ ਜਨਰਲ ਨੂੰ ਮਹੱਤਵਪੂਰਨ ਮੁੱਦਿਆਂ 'ਤੇ ਕੌਂਸਲ ਦੇ ਫੈਸਲੇ ਦੀ ਪਾਲਣਾ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਕੀ ਕਿਹਾ ਗਿਆ? ਜਿਹੜਾ ਗਵਰਨਰ ਜਨਰਲ ਹੈ ਉਹਨੂੰ ਕੀ ਸੀ? ਕੌਂਸਲ ਦੇ ਜਿਹੜੇ ਵਿਸ਼ੇਸ਼ ਮੁੱਦੇ ਹੈ ਜਾਂ ਜਿਹੜੇ ਉਹ ਮਤਲਬ ਕਿ ਆਪਾਂ ਦੇਖਿਆ ਸੀ ਕਿ ਜਿਹੜੇ ਕੌਂਸਲ ਸੀ ਕੋਈ ਕਾਨੂੰਨ ਬਣਾਉਂਦੀ ਸੀ, ਉਹ ਕੀ ਸੀ? ਹੁਣ ਗਵਰਨਰ ਜਨਰਲ ਨੂੰ ਮੰਨਣੇ ਹੀ ਪੈਂਦੇ ਸੀਗੇ। ਅੱਗੇ ਦੇਖਦੇ ਹਾਂ ਆਪਾਂ। ਬੰਬੇ ਅਤੇ ਮਦਰਾਸ ਦੇ ਗਵਰਨਰਾਂ ਨੂੰ ਪੂਰੀ ਤਰ੍ਹਾਂ ਗਵਰਨਰ ਜਨਰਲ ਦੇ ਅਧੀਨ ਕਰ ਦਿੱਤਾ ਗਿਆ। ਹੁਣ ਬੰਬੇ ਅਤੇ ਮਦਰਾਸ ਦੇ ਗਵਰਨਰਾਂ ਨੂੰ ਕਿਉਂ ਅਧੀਨ ਕੀਤਾ ਗਿਆ? ਕਿ ਰੈਗੂਲੇਟਿੰਗ ਐਕਟ 1773 ਈਸਵੀ ਵਿੱਚ ਕਿਹਾ ਗਿਆ ਸੀ ਕਿ ਜਿਹੜੇ ਪ੍ਰਾਂਤਾਂ ਦੇ ਗਵਰਨਰ ਆ ਉਹ ਵਿਸ਼ੇਸ਼ ਪਰਿਸਥਿਤੀਆਂ ਵਿੱਚ ਕੀ ਸੀ? ਆਪਣਾ ਸ਼ਾਸਨ ਖੁਦ ਚਲਾ ਸਕਦੇ ਸੀ। ਫਿਰ ਇਹ ਕੀ ਕਰਦੇ ਸੀਗੇ ਆਪਣਾ ਸ਼ਾਸਨ ਚਲਾਉਣ ਮਾਰੇ? ਕਿ ਭਾਰਤੀ ਰਾਜਿਆਂ ਨਾਲ ਇਹ ਯੁੱਧ ਕਰ ਲੈਂਦੇ ਸੀ। ਫਿਰ ਕੀ ਮਤਲਬ ਕਿ ਝੂਠਾ ਦਿਖਾਵਾ ਕਰਦੇ ਸੀ ਕਿ ਵਿਸ਼ੇਸ਼ ਪਰਿਸਥਿਤੀਆਂ ਵਿੱਚ ਉਹਨਾਂ ਨੇ ਕੀ ਸੀ? ਜਿਹੜਾ ਆਪਣਾ ਸ਼ਾਸਨ ਚਲਾਇਆ। ਇਸ ਨੂੰ ਦੇਖਦੇ ਹੋਏ 1784 ਈਸਵੀ ਵਿੱਚ ਕਿਹਾ ਗਿਆ ਕਿ ਜਿਹੜੀ ਸੀ ਬੰਗਾਲ ਦਾ ਜਿਹੜਾ ਗਵਰਨਰ ਜਨਰਲ ਆ ਉਹਨੂੰ ਕਿਹਾ ਗਿਆ ਕਿ ਜਿਹੜੇ ਪ੍ਰਾਂਤਾਂ ਦੇ ਗਵਰਨਰ ਉਹਨਾਂ ਨੂੰ ਆਪਣੇ ਪੂਰੀ ਤਰ੍ਹਾਂ ਅਧੀਨ ਰੱਖੇ। ਅੱਗੇ ਦੇਖਦੇ ਹਨ ਆਪਾਂ। ਮਦਰਾਸ ਅਤੇ ਬੰਬੇ ਦੇ ਗਵਰਨਰਾਂ ਦੀ ਸਹਾਇਤਾ ਲਈ ਇੱਕ ਪਰਿਸ਼ਦ ਦਾ ਗਠਨ ਕੀਤਾ ਗਿਆ। ਹੁਣ ਕੀ ਸੀ? ਜਿਵੇਂ ਆਹ ਮਦਰਾਸ ਦਾ ਗਵਰਨਰ ਹੈ। ਹੁਣ ਕੀ ਸੀ? ਇਹਦੀ ਸਹਾਇਤਾ ਲਈ ਕੀ ਸੀ? ਜਿਹੜੇ 3 ਪ੍ਰੀਸ਼ਦਾਂ ਦਾ ਗਠਨ ਕੀਤਾ ਗਿਆ। ਕਿਹਦੀ ਸਹਾਇਤਾ ਲਈ ਕੀ ਸੀ? 3 ਪ੍ਰੀਸ਼ਦ ਮੈਂਬਰ ਹੋਣਗੇ। ਫਿਰ ਇਸ ਤਰੀਕੇ ਨਾਲ ਹੀ ਜਿਹੜਾ ਬੰਬੇ ਦਾ ਗਵਰਨਰ ਹੈ ਇਹਦੀ ਸਹਾਇਤਾ ਲਈ ਵੀ ਕੀ ਸੀ? 3 ਪ੍ਰੀਸ਼ਦ ਹੋਣਗੇ। ਇਹਨਾਂ ਦਾ ਗਠਨ ਕੀਤਾ ਗਿਆ। ਅਤੇ ਆਪਾਂ ਪੜ੍ਹਿਆ ਇਹਦੇ ਵਿੱਚ ਕੀ ਸੀ? ਬੰਗਾਲ ਦੀ ਜਿਹੜਾ ਬੰਗਾਲ ਦਾ ਗਵਰਨਰ ਜਨਰਲ ਸੀਗਾ ਉਹਦੀ ਸਹਾਇਤਾ ਲਈ ਵੀ ਕੀ ਸੀ? ਜਿਹੜੀ ਸੰਖਿਆ ਪਹਿਲਾਂ 4 ਸੀ ਉਹ ਹੁਣ ਘਟਾ ਕੇ 3 ਕਰ ਦਿੱਤੀ ਸੀਗੀ ਪ੍ਰੀਸ਼ਦ ਦੇ ਮੈਂਬਰਾਂ ਦੀ। ਅੱਗੇ ਦੇਖਦੇ ਹਾਂ ਆਪਾਂ।
ਦੇਸੀ ਰਾਜਾਂ ਨਾਲ ਯੁੱਧ ਅਤੇ ਸੰਧੀ ਤੋਂ ਪਹਿਲਾਂ ਗਵਰਨਰ ਜਨਰਲ ਨੂੰ ਕੰਪਨੀ ਦੇ ਡਾਇਰੈਕਟਰਾਂ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਕਰ ਦਿੱਤੀ ਗਈ ਸੀ। ਪਹਿਲਾਂ ਮੈਂ ਤੁਹਾਨੂੰ ਦੱਸਿਆ ਹੀ ਆ, ਜਿਹੜੇ ਗਵਰਨਰ ਸੀਗੇ ਪ੍ਰਾਂਤਾਂ ਦੇ ਕੀ ਕਰਦੇ ਸੀਗੇ, ਵਿਸ਼ੇਸ਼ ਪ੍ਰਸਥਿਤੀਆਂ ਦਿਖਾਉਣ ਮਾਰੇ ਯੁੱਧ ਕਰ ਲੈਂਦੇ ਸੀਗੇ। ਅਤੇ ਇਹਦੇ ਨਾਲ ਹੁਣ ਕੀ ਕਿਹਾ ਗਿਆ ਕਿ ਗਵਰਨਰ ਜਨਰਲ ਹੈ ਉਹ ਵੀ ਯੁੱਧ ਨਹੀਂ ਕਰ ਸਕਦਾ, ਅਤੇ ਜਿਹੜੇ ਪ੍ਰਾਂਤਾਂ ਦੇ ਗਵਰਨਰ ਹੈ ਉਹ ਵੀ ਯੁੱਧ ਨਹੀਂ ਕਰ ਸਕਦੇ, ਨਾ ਹੀ ਕਿਸੇ ਨਾਲ ਸੰਧੀ ਕਰ ਸਕਦੇ ਆ। ਜੇ ਯੁੱਧ ਕਰਨਗੇ ਅਤੇ ਸੰਧੀ ਕਰਨਗੇ ਤਾਂ ਕਿਹਦੀ ਪਰਮਿਸ਼ਨ ਨਾਲ ਕਰਨਗੇ, ਉਹ ਕੰਪਨੀ ਦੇ ਡਾਇਰੈਕਟਰਾਂ ਦੀ ਮਨਜ਼ੂਰੀ ਲੈ ਕੇ ਹੀ ਯੁੱਧ ਜਾਂ ਸੰਧੀ ਕਰ ਸਕਦੇ ਸੀਗੇ। ਅੱਗੇ ਹੁਣ ਆਪਾਂ ਦੇਖਦੇ ਹਾਂ, ਭਾਰਤ ਵਿੱਚ ਬ੍ਰਿਟਿਸ਼ ਅਧਿਕਾਰੀਆਂ ਦੀ ਪੈਰਵੀ ਕਰਨ ਮੁਕੱਦਮਾ ਚਲਾਉਣ ਲਈ ਇੰਗਲੈਂਡ ਵਿੱਚ ਇੱਕ ਅਦਾਲਤ ਦੀ ਸਥਾਪਨਾ ਕੀਤੀ ਗਈ। ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜੇ ਬ੍ਰਿਟਿਸ਼ ਅਧਿਕਾਰੀ ਆ ਉਹਨਾਂ ਦਾ ਜਿਹੜਾ ਮੁਕੱਦਮਾ ਉਹ ਇੰਗਲੈਂਡ ਵਿੱਚ ਹੀ ਚਲਾਇਆ ਜਾ ਸਕਦਾ ਹੈ। ਇੰਗਲੈਂਡ ਵਿੱਚ ਇੱਕ ਉਹਨਾਂ ਲਈ ਸਪੈਸ਼ਲ ਕੋਰਟ ਦੀ ਸਥਾਪਨਾ ਕੀਤੀ ਗਈ ਸੀ। ਹੁਣ ਆਪਾਂ ਦੇਖਦੇ ਹਾਂ 1784 ਈਸਵੀ ਦੇ ਪਿਟਸ ਇੰਡੀਆ ਐਕਟ ਦੇ ਮਹੱਤਵ ਕੀ ਸੀਗੇ। ਭਾਰਤ ਵਿੱਚ ਕੰਪਨੀ ਦੇ ਅਧੀਨ ਖੇਤਰ ਨੂੰ ਪਹਿਲੀ ਵਾਰ ਬ੍ਰਿਟਿਸ਼ ਹਕੂਮਤ ਦਾ ਖੇਤਰ ਕਿਹਾ ਗਿਆ। ਹੁਣ ਇਹਦਾ ਜਿਹੜਾ ਇਹਨੂੰ ਹਕੂਮਤ ਕਹਿਣ ਦਾ, ਬ੍ਰਿਟਿਸ਼ ਹਕੂਮਤ ਕਹਿਣ ਦਾ ਜਿਹੜਾ ਮੁੱਖ ਕਾਰਨ ਕੀ ਸੀਗਾ ਕਿ ਆਪਾਂ ਦੇਖਿਆ ਕੰਪਨੀ ਜਿਹੜੇ ਕੰਮ ਸੀ ਉਹ ਦੋ ਭਾਗਾਂ ਵਿੱਚ ਵੰਡ ਦਿੱਤੇ, ਵਪਾਰਿਕ ਅਤੇ ਰਾਜਨੀਤਿਕ। ਹੁਣ ਰਾਜਨੀਤਿਕ ਕਿਹਦੇ ਅੰਡਰ ਸੀਗੀ, ਉਹ ਸੀਗੀ BOC ਬੋਰਡ ਆਫ ਕੰਟਰੋਲ। ਹੁਣ ਆਪਾਂ ਦੇਖਿਆ ਜਿਹੜਾ ਬੋਰਡ ਆਫ ਕੰਟਰੋਲ ਹੈ ਇਹਦੇ ਜਿਹੜੇ ਦੋ ਮੈਂਬਰ ਸੀ ਉਹ ਕੌਣ ਸੀਗੇ, ਬ੍ਰਿਟਿਸ਼ ਸੰਸਦ ਦੇ। ਉਹਨਾਂ ਵਿੱਚ ਕੀ ਸੀ, ਇੱਕ ਉਹਨਾਂ ਦਾ ਅਧਿਅਕਸ਼ ਹੁੰਦਾ ਸੀ। ਇਸ ਕਰਕੇ ਹੀ ਜਿਹੜਾ ਪਹਿਲੀ ਵਾਰ ਕੀ ਸੀ, ਜਿਹੜਾ ਕੰਪਨੀ ਦੇ ਅਧੀਨ ਖੇਤਰ ਸੀ ਉਹਨੂੰ ਪਹਿਲੀ ਵਾਰ ਬ੍ਰਿਟਿਸ਼ ਹਕੂਮਤ ਦਾ ਖੇਤਰ ਕਿਹਾ ਗਿਆ ਸੀਗਾ। ਅੱਗੇ ਦੇਖਦੇ ਹਾਂ, ਬ੍ਰਿਟਿਸ਼ ਸਰਕਾਰ ਨੂੰ ਭਾਰਤ ਵਿੱਚ ਕੰਪਨੀ ਦੇ ਕੰਮਕਾਜ ਅਤੇ ਇਸ ਦੇ ਪ੍ਰਸ਼ਾਸਨ 'ਤੇ ਪੂਰਾ ਅਧਿਕਾਰ ਦਿੱਤਾ ਗਿਆ। ਹੁਣ ਜਿਹੜਾ BOC ਬੋਰਡ ਆਫ ਕੰਟਰੋਲ, ਉਹਨੂੰ ਕੀ ਸੀਗਾ, ਜਿਹੜੇ ਭਾਰਤ ਦੇ ਕੰਮ ਸੀ ਆਪਾਂ ਦੇਖੇ ਆ, ਰਾਜਨੀਤਿਕ ਕੰਮ ਸੀ। ਰਾਜਨੀਤਿਕ ਵਿੱਚ ਆਪਾਂ ਦੇਖਿਆ ਸੀ ਮਾਲ ਨਾਲ ਸੰਬੰਧਿਤ ਅਤੇ ਕਰ ਨਾਲ ਜੁੜੇ ਜਿਹੜੇ ਮਾਮਲੇ ਸੀ ਅਤੇ ਸੈਨਿਕ ਮਾਮਲੇ ਸੀਗੇ, ਉਹ ਜਿਹੜੇ ਸਾਰੇ ਮਾਮਲੇ ਸੀ ਉਹ ਕਿਹਦੇ ਅਧੀਨ ਆ ਗਏ ਸੀ, BOC ਨੂੰ ਕੌਣ ਚਲਾਉਂਦਾ ਸੀਗਾ, ਜਿਹੜੇ ਅਧਿਅਕਸ਼ ਸੀਗਾ ਉਹ ਸੀਗਾ ਬ੍ਰਿਟਿਸ਼ ਕੈਬਨਿਟ ਦੇ ਜਿਹੜੇ ਮੰਤਰੀ ਸੀਗੇ, ਸੰਸਦ ਸੀਗੇ। ਇਸ ਲਈ ਕੀ ਸੀਗਾ, ਜਿਹੜਾ ਭਾਰਤ ਵਿੱਚ ਪ੍ਰਸ਼ਾਸਨ ਸੀਗਾ ਉਹ ਪੂਰੀ ਤਰ੍ਹਾਂ ਕਿਹਦੇ ਅੰਦਰ ਆ ਗਿਆ ਸੀ, ਬ੍ਰਿਟਿਸ਼ ਸਰਕਾਰ ਦੇ ਅੰਦਰ ਆ ਗਿਆ ਸੀਗਾ। ਇਸ ਤਰੀਕੇ ਨਾਲ ਜਿਹੜੀ ਆਪਣੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ। ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ। ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਲਾਈਕ ਕਰੋ, ਸ਼ੇਅਰ ਕਰੋ। ਇਸ ਤਰ੍ਹਾਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਧੰਨਵਾਦ ਜੀ।